नमस्कार दोस्तों, स्वागत है ਤੁਹਾਡਾ ਆਪਣੇ YouTube ਚੈਨਲ ਐਗਜ਼ਾਮ ਹੈਲਪਰ A to Z ਦੇ ਵਿੱਚ। ਅੱਜ ਅਸੀਂ ਰੀਟ ਐਗਜ਼ਾਮ ਤੋਂ ਸੰਬੰਧਿਤ ਪੰਜਾਬੀ ਗ੍ਰਾਮਰ ਦਾ ਜਿਹੜਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਹੈ ਕਾਲ। ਤਾਂ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਇਹ ਟੌਪਿਕ। ਕਾਲ ਦਾ ਅਰਥ ਹੈ ਸਮਾਂ। ਕਾਲ ਦਾ ਅਰਥ ਹੈ ਸਮਾਂ। ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ। ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ ਉਸ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਦੀਆਂ ਮੁੱਖ ਰੂਪ ਵਿੱਚ ਤਿੰਨ ਕਿਸਮਾਂ ਹਨ। ਪਹਿਲਾ ਹੈ ਵਰਤਮਾਨ ਕਾਲ, ਦੂਜਾ ਭੂਤਕਾਲ ਅਤੇ ਤੀਜਾ ਹੈ ਭਵਿੱਖ ਕਾਲ। ਵਰਤਮਾਨ ਕਾਲ ਦੀਆਂ 6 ਕਿਸਮਾਂ ਹੈ, ਭੂਤਕਾਲ ਦੀਆਂ 5 ਕਿਸਮਾਂ ਹੈ ਅਤੇ ਭਵਿੱਖ ਕਾਲ ਦੀਆਂ 4 ਕਿਸਮਾਂ ਹੈ। ਅਸੀਂ ਇਹਨੂੰ ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹਾਂ ਕਿ 6, 5 ਅਤੇ 4। ਪਰ ਸਾਨੂੰ ਯਾਦ ਰੱਖਣਾ ਹੈ ਕਿ ਆਪਾਂ ਸਭ ਤੋਂ ਪਹਿਲਾਂ ਵਰਤਮਾਨ ਕਾਲ, ਦੂਜੇ ਨੰਬਰ 'ਤੇ ਭੂਤਕਾਲ ਅਤੇ ਤੀਜੇ ਨੰਬਰ 'ਤੇ ਭਵਿੱਖ ਕਾਲ ਪੜ੍ਹ ਰਹੇ ਹਾਂ। ਤਾਂ ਵਰਤਮਾਨ ਕਾਲ ਦੀਆਂ 6 ਕਿਸਮਾਂ, ਭੂਤਕਾਲ ਦੀਆਂ 5 ਕਿਸਮਾਂ ਅਤੇ ਭਵਿੱਖ ਕਾਲ ਦੀਆਂ 4 ਕਿਸਮਾਂ ਹੈ। ਸ਼ੁਰੂ ਕਰਦੇ ਹਾਂ। ਪਹਿਲਾ ਕਾਲ ਵਰਤਮਾਨ ਕਾਲ। ਜਦੋਂ ਕਿਰਿਆ ਚੱਲ ਰਹੇ ਸਮੇਂ ਵਿੱਚ ਘਟਿਤ ਹੁੰਦੀ ਹੈ, ਜਦੋਂ ਕਿਰਿਆ ਚੱਲ ਰਹੇ ਸਮੇਂ ਵਿੱਚ ਘਟਿਤ ਹੁੰਦੀ ਹੈ ਤਾਂ ਉਹ ਵਰਤਮਾਨ ਕਾਲ ਹੈ। ਇਸ ਦੇ 6 ਭੇਦ ਜਾਂ ਕਿਸਮਾਂ ਹੈ। ਪਹਿਲਾ ਹੈ ਅਨਿਸ਼ਚਿਤ ਵਰਤਮਾਨ ਕਾਲ। ਪਹਿਲਾ ਕਾਲ ਹੈ ਅਨਿਸ਼ਚਿਤ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹਰ ਰੋਜ਼ ਹੁੰਦਾ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹਰ ਰੋਜ਼ ਹੁੰਦਾ ਹੈ ਉਸ ਨੂੰ ਅਨਿਸ਼ਚਿਤ ਵਰਤਮਾਨ ਕਾਲ ਕਿਹਾ ਜਾਂਦਾ ਹੈ। ਨੋਟ ਲਾ ਕੇ ਗੱਲ ਲਿਖੀ ਗਈ ਹੈ ਕਿ ਇਸ ਵਿੱਚ ਰੋਜ਼ ਦੇ ਕੰਮਕਾਜ ਅਤੇ ਆਦਤਾਂ ਸ਼ਾਮਲ ਹਨ। ਅਨਿਸ਼ਚਿਤ ਵਰਤਮਾਨ ਕਾਲ ਦੇ ਵਿੱਚ ਰੋਜ਼ ਦੇ ਕੰਮਕਾਜ ਅਤੇ ਆਦਤਾਂ ਸ਼ਾਮਲ ਹਨ, ਜਿਵੇਂ ਕਿ ਮੈਂ ਰੋਟੀ ਖਾਂਦਾ ਹਾਂ, ਮੈਂ ਰੋਟੀ ਖਾਂਦਾ ਹਾਂ। ਤਾਂ ਇਹ ਹੈ ਅਨਿਸ਼ਚਿਤ ਵਰਤਮਾਨ ਕਾਲ। ਦੂਜਾ ਹੈ ਨਿਰੰਤਰ ਜਾਂ ਚਾਲੂ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ ਪਰ ਅਜੇ ਖਤਮ ਨਹੀਂ ਹੋਇਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ ਪਰ ਅਜੇ ਖਤਮ ਨਹੀਂ ਹੋਇਆ ਉਸ ਨੂੰ ਨਿਰੰਤਰ ਜਾਂ ਚਾਲੂ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਦਿੱਲੀ ਜਾ ਰਿਹਾ ਹਾਂ, ਮੈਂ ਦਿੱਲੀ ਜਾ ਰਿਹਾ ਹਾਂ। ਇਸ ਵਾਕ ਤੋਂ ਸਾਨੂੰ ਪਤਾ ਚੱਲ ਰਿਹਾ ਹੈ ਕਿ ਮੈਂ ਦਿੱਲੀ ਜਾ ਰਿਹਾ ਹਾਂ ਪਰ ਦਿੱਲੀ ਪਹੁੰਚਣ ਦਾ ਕੰਮ ਅਜੇ ਤੱਕ ਖਤਮ ਨਹੀਂ ਹੋਇਆ ਹੈ। ਇਸ ਲਈ ਇਹ ਕੀ ਹੈ? ਨਿਰੰਤਰ ਜਾਂ ਚਾਲੂ ਵਰਤਮਾਨ ਕਾਲ। ਤੀਜਾ ਹੈ ਪੂਰਨ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਪੂਰਾ ਹੋਇਆ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਪੂਰਾ ਹੋਇਆ ਹੈ ਅਤੇ ਇਹ ਵੀ ਪਤਾ ਲੱਗੇ ਕਿ ਇਸ ਵੇਲੇ ਕੰਮ ਖਤਮ ਹੋ ਚੁੱਕਿਆ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਪੂਰਾ ਹੋਇਆ ਹੈ ਅਤੇ ਇਹ ਵੀ ਪਤਾ ਲੱਗੇ ਕਿ ਇਸ ਵੇਲੇ ਕੰਮ ਖਤਮ ਹੋ ਚੁੱਕਿਆ ਹੈ, ਜਿਵੇਂ ਕਿ ਮੈਂ ਖਾਣਾ ਖਾ ਲਿਆ ਹੈ। ਤਾਂ ਇਸ ਵਾਕ ਦੇ ਵਿੱਚ ਖਾਣਾ ਖਾਣ ਦਾ ਕੰਮ ਪੂਰਾ ਹੋ ਚੁੱਕਿਆ ਹੈ ਤਾਂ ਇਹਨੂੰ ਪੂਰਨ ਜਾਂ ਪੂਰਨ ਵਰਤਮਾਨ ਕਾਲ ਕਿਹਾ ਜਾਂਦਾ ਹੈ। ਚੌਥਾ ਹੈ ਪੂਰਨ ਚਾਲੂ ਵਰਤਮਾਨ ਕਾਲ। ਪੂਰਨ ਚਾਲੂ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਦਾ ਹੈ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋ ਕੇ ਹੁਣ ਤੱਕ ਚੱਲ ਰਿਹਾ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲ ਰਿਹਾ ਹੈ ਉਸ ਨੂੰ ਪੂਰਨ ਚਾਲੂ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਉਹ 2 ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ, ਉਹ 2 ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ। ਤਾਂ ਇਸ ਵਾਕ ਦੇ ਵਿੱਚ ਪੂਰਨ ਚਾਲੂ ਵਰਤਮਾਨ ਕਾਲ ਹੈ, ਕਿਉਂਕਿ ਇਸ ਵਾਕ ਦੇ ਵਿੱਚ ਕੰਮ ਜਿਹੜਾ ਹੈ ਉਹ ਪਹਿਲਾਂ ਤੋਂ ਸ਼ੁਰੂ ਹੋਇਆ ਹੈ। ਉਹ 2 ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ ਪਰ ਅਜੇ ਤੱਕ
ਕੰਮ ਚੱਲ ਰਿਹਾ ਹੈ। ਇੰਤਜ਼ਾਰ ਕਰਨ ਦਾ ਕੰਮ ਜਿਹੜਾ ਹੈ ਅਜੇ ਤੱਕ ਚੱਲ ਰਿਹਾ ਹੈ ਤਾਂ ਇਹ ਪੂਰਨ ਚਾਲੂ ਵਰਤਮਾਨ ਕਾਲ ਹੈ। ਪੰਜਵਾਂ ਹੈ ਸ਼ਰਤੀ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਦਾ ਹੈ ਕਿ ਕੰਮ ਕਿਸੇ ਸ਼ਰਤ 'ਤੇ ਹੋਣਾ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਦਾ ਹੈ ਕਿ ਕੰਮ ਕਿਸੇ ਸ਼ਰਤ 'ਤੇ ਹੋਣਾ ਹੈ ਤਾਂ ਉਹਨੂੰ ਸ਼ਰਤੀ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਜੇ ਤੁਸੀਂ ਕੁਝ ਮੇਰੀ ਮਦਦ ਕਰੋ ਤਾਂ ਮੈਂ ਉੱਥੇ ਜਾ ਸਕਦਾ ਹਾਂ। ਜੇ ਤੁਸੀਂ ਕੁਝ ਮੇਰੀ ਮਦਦ ਕਰੋ ਤਾਂ ਮੈਂ ਉੱਥੇ ਜਾ ਸਕਦਾ ਹਾਂ। ਇਸ ਵਾਕ ਦੇ ਵਿੱਚ ਮਦਦ ਕਰਨ ਦੀ ਸ਼ਰਤ ਰੱਖੀ ਗਈ ਹੈ ਤਾਂ ਇਹ ਕੀ ਹੈ? ਸ਼ਰਤੀ ਵਰਤਮਾਨ ਕਾਲ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਦਾ ਹੈ ਕਿ ਕੰਮ ਕਿਸੇ ਸ਼ਰਤ 'ਤੇ ਹੋਣਾ ਹੈ ਉਹਨੂੰ ਸ਼ਰਤੀ ਵਰਤਮਾਨ ਕਾਲ ਕਿਹਾ ਜਾਂਦਾ ਹੈ। ਛਠਾ ਹੈ ਹੁਕਮੀ ਵਰਤਮਾਨ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਲਈ ਹੁਕਮ ਦਿੱਤਾ ਗਿਆ ਹੈ ਉਸ ਨੂੰ ਹੁਕਮੀ ਵਰਤਮਾਨ ਕਾਲ ਕਿਹਾ ਜਾਂਦਾ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਲਈ ਹੁਕਮ ਦਿੱਤਾ ਗਿਆ ਹੈ ਉਸ ਨੂੰ ਹੁਕਮੀ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਕਿਤਾਬ ਪੜ੍ਹੋ ਤਾਂ ਹੁਕਮ ਦਿੱਤਾ ਗਿਆ ਹੈ ਕਿ ਤੁਸੀਂ ਕਿਤਾਬ ਪੜ੍ਹੋ ਤਾਂ ਇਹ ਕੀ ਹੈ? ਹੁਕਮੀ ਵਰਤਮਾਨ ਕਾਲ। ਦੂਜਾ ਕਾਲ ਹੈ ਭੂਤਕਾਲ। ਭੂਤਕਾਲ ਦਾ ਅਰਥ ਹੈ ਬੀਤ ਚੁੱਕਿਆ ਸਮਾਂ। ਭੂਤਕਾਲ ਦਾ ਅਰਥ ਹੈ ਬੀਤ ਚੁੱਕਿਆ ਸਮਾਂ। ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਵਿੱਚ ਵਾਪਰ ਗਿਆ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ। ਭੂਤਕਾਲ ਦਾ ਅਰਥ ਹੈ ਬੀਤ ਚੁੱਕਿਆ ਸਮਾਂ। ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਵਿੱਚ ਵਾਪਰ ਗਿਆ ਹੈ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ। ਨੋਟ ਲਾ ਕੇ ਗੱਲ ਲਿਖੀ ਗਈ ਹੈ। ਅਜਿਹੇ ਵਾਕਾਂ ਵਿੱਚ ਸੀ, ਸਨ, ਸਾਂ ਕਿਰਿਆਵਾਂ ਲੱਗਦੀਆਂ ਹਨ। ਜਿਵੇਂ ਕਿ ਮੈਂ ਕਿਤਾਬ ਪੜ੍ਹਦਾ ਸੀ। ਮੈਂ ਕਿਤਾਬ ਪੜ੍ਹਦਾ ਸੀ। ਭੂਤਕਾਲ ਦੀ ਗੱਲ ਹੋ ਰਹੀ ਹੈ ਕਿ ਮੈਂ ਕਿਤਾਬ ਪੜ੍ਹਦਾ ਸੀ ਤਾਂ ਹੁਣ ਇਹ ਕੰਮ ਜਿਹੜਾ ਹੈ ਇਹ ਭੂਤਕਾਲ ਦੇ ਵਿੱਚ ਸਮਾਪਤ ਹੋ ਚੁੱਕਿਆ ਹੈ। ਮੈਂ ਕਿਤਾਬ ਪੜ੍ਹਦਾ ਸੀ ਇਹ ਭੂਤਕਾਲ ਹੈ। ਤਾਂ ਭੂਤਕਾਲ ਦੀਆਂ ਵੀ 5 ਕਿਸਮਾਂ ਹਨ। ਪਹਿਲਾ ਹੈ ਸਧਾਰਨ ਜਾਂ ਅਨਿਸ਼ਚਿਤ ਭੂਤਕਾਲ। ਸਧਾਰਨ ਜਾਂ ਅਨਿਸ਼ਚਿਤ ਭੂਤਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੰਮ ਬੀਤੇ ਸਮੇਂ ਵਿੱਚ ਹੋਇਆ ਹੈ ਪਰ ਇਹ ਨਿਸ਼ਚਿਤ ਨਾ ਹੋਵੇ ਕਿ ਕੰਮ ਕਦੋਂ ਹੋਇਆ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਇਆ ਹੈ ਪਰ ਇਹ ਨਿਸ਼ਚਿਤ ਨਾ ਹੋਵੇ ਕਿ ਕੰਮ ਕਦੋਂ ਹੋਇਆ ਹੈ ਤਾਂ ਉਹਨੂੰ ਸਧਾਰਨ ਜਾਂ ਅਨਿਸ਼ਚਿਤ ਭੂਤਕਾਲ ਕਿਹਾ ਜਾਂਦਾ ਹੈ। ਮੈਂ ਕਹਾਂ ਕਿ ਕੰਮ ਕਦੋਂ ਹੋਇਆ ਹੈ ਇਹ ਨਿਸ਼ਚਿਤ ਨਹੀਂ ਹੈ। ਜਿਵੇਂ ਕਿ ਉਸ ਨੇ ਕਿਤਾਬ ਪੜ੍ਹੀ। ਉਸ ਨੇ ਕਿਤਾਬ ਪੜ੍ਹੀ ਇਹ ਭੂਤਕਾਲ ਦੀ ਗੱਲ ਹੈ ਅਤੇ ਸਧਾਰਨ ਜਾਂ ਅਨਿਸ਼ਚਿਤ ਭੂਤਕਾਲ ਹੈ ਕਿਉਂਕਿ ਇਸ ਵਾਕ ਦੇ ਵਿੱਚ ਸਾਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਉਸ ਨੇ ਕਿਤਾਬ ਕਦੋਂ ਪੜ੍ਹੀ। ਤਾਂ ਇਸ ਵਾਕ ਦੇ ਵਿੱਚ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਕੰਮ ਕਦੋਂ ਹੋਇਆ ਸੀ ਤਾਂ ਇਹਨੂੰ ਸਧਾਰਨ ਜਾਂ ਅਨਿਸ਼ਚਿਤ ਭੂਤਕਾਲ ਕਿਹਾ ਜਾਂਦਾ ਹੈ। ਦੂਜਾ ਹੈ ਚਾਲੂ ਭੂਤਕਾਲ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਚਾਲੂ ਸੀ ਪਰ ਅਜੇ ਖਤਮ ਨਹੀਂ ਹੋਇਆ। ਕੰਮ ਬੀਤੇ ਸਮੇਂ ਵਿੱਚ ਚਾਲੂ ਸੀ ਪਰ ਅਜੇ ਖਤਮ ਨਹੀਂ ਹੋਇਆ ਉਹਨੂੰ ਚਾਲੂ ਭੂਤਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਸੀਤਾ ਗੀਤ ਗਾ ਰਹੀ ਹੈ। ਸੀਤਾ ਗੀਤ ਗਾ ਰਹੀ ਹੈ। ਗੀਤ ਗਾਉਣ ਦਾ ਜਿਹੜਾ ਕੰਮ ਹੈ ਇਹ ਭੂਤਕਾਲ ਵਿੱਚ ਜਾਂ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਸੀ ਪਰ ਹਜੇ ਤੱਕ ਚੱਲ ਰਿਹਾ ਹੈ, ਅਜੇ ਤੱਕ ਖਤਮ ਨਹੀਂ ਹੋਇਆ ਤਾਂ ਇਹ ਚਾਲੂ ਭੂਤਕਾਲ ਹੈ। ਤੀਜਾ ਹੈ ਪੂਰਨ ਚਾਲੂ ਭੂਤਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਅਤੇ ਬੀਤੇ ਸਮੇਂ ਵਿੱਚ ਜਾਰੀ ਹੀ ਸੀ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਅਤੇ ਬੀਤੇ ਸਮੇਂ ਵਿੱਚ ਜਾਰੀ ਹੀ ਸੀ। ਜਿਵੇਂ ਕਿ ਮੈਂ ਸਵੇਰ ਤੋਂ ਸਫ਼ਰ ਕਰ ਰਿਹਾ ਹਾਂ। ਮੈਂ ਸਵੇਰ ਤੋਂ ਸਫ਼ਰ ਕਰ ਰਿਹਾ ਹਾਂ ਇਹ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਹੈ ਅਤੇ ਬੀਤੇ ਸਮੇਂ ਵਿੱਚ ਚਾਲੂ ਹੀ ਕੰਮ ਹੈ
ਤਾਂ ਇਹ ਕੀ ਹੈ? ਪੂਰਨ ਚਾਲੂ ਭੂਤਕਾਲ ਹੈ। ਮੈਂ ਸਵੇਰ ਤੋਂ ਸਫ਼ਰ ਕਰ ਰਿਹਾ ਹਾਂ। ਤਾਂ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਅਤੇ ਬੀਤੇ ਸਮੇਂ ਵਿੱਚ ਜਾਰੀ ਹੀ ਸੀ, ਉਹਨੂੰ ਪੂਰਨ ਚਾਲੂ ਭੂਤਕਾਲ ਕਿਹਾ ਜਾਂਦਾ ਹੈ। ਅੱਗੇ ਹੈ ਪੂਰਨ ਭੂਤਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਹੋਏ ਸਮੇਂ ਦੇ ਵਿੱਚ ਪੂਰਾ ਹੋ ਚੁੱਕਿਆ ਹੈ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ, ਉਸ ਨੂੰ ਪੂਰਨ ਭੂਤਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਮੋਹਨ ਕਿਤਾਬ ਪੜ੍ਹ ਚੁੱਕਿਆ ਸੀ। ਮੋਹਨ ਕਿਤਾਬ ਪੜ੍ਹ ਚੁੱਕਿਆ ਸੀ ਤਾਂ ਮੋਹਨ ਨੇ ਕਿਤਾਬ ਪੜ੍ਹਨ ਦਾ ਕੰਮ ਜਿਹੜਾ ਹੈ ਇਹ ਬੀਤੇ ਹੋਏ ਸਮੇਂ ਵਿੱਚ ਪੂਰਾ ਕਰ ਲਿਆ ਹੈ, ਤਾਂ ਇਹ ਕੀ ਹੈ? ਪੂਰਨ ਭੂਤਕਾਲ ਹੈ। ਅੱਗੇ ਹੈ ਸ਼ਰਤੀ ਭੂਤਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਕਿਸੇ ਸ਼ਰਤ 'ਤੇ ਹੋਣਾ ਸੀ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਕਿਸੇ ਸ਼ਰਤ 'ਤੇ ਪੂਰਾ ਹੋਣਾ ਸੀ, ਤਾਂ ਉਹਨੂੰ ਸ਼ਰਤੀ ਭੂਤਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਜੇ ਤੂੰ ਮਿਹਨਤ ਨਾ ਕਰਦਾ ਤਾਂ ਤੂੰ ਪਾਸ ਨਹੀਂ ਸੀ ਹੋਣਾ। ਪਾਸ ਹੋਣ ਦਾ ਜਿਹੜਾ ਕੰਮ ਹੈ ਇਹ ਬੀਤੇ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ ਅਤੇ ਇਹ ਇੱਕ ਸ਼ਰਤ 'ਤੇ ਪੂਰਾ ਹੋਇਆ ਹੈ ਕਿ ਮਿਹਨਤ ਕਰਨਾ। ਜੇ ਤੂੰ ਮਿਹਨਤ ਨਾ ਕਰਦਾ ਤਾਂ ਤੂੰ ਪਾਸ ਨਹੀਂ ਸੀ ਹੋਣਾ, ਤਾਂ ਇਹ ਕੰਮ ਬੀਤੇ ਹੋਏ ਸਮੇਂ ਵਿੱਚ ਕਿਸੇ ਸ਼ਰਤ 'ਤੇ ਪੂਰਾ ਹੋ ਚੁੱਕਿਆ ਹੈ, ਤਾਂ ਇਹਨੂੰ ਸ਼ਰਤੀ ਭੂਤਕਾਲ ਕਿਹਾ ਜਾਂਦਾ ਹੈ। ਤੀਜਾ ਹੈ ਭਵਿੱਖ ਕਾਲ। ਭਵਿੱਖ ਕਾਲ ਦਾ ਅਰਥ ਹੈ ਆਉਣ ਵਾਲਾ ਸਮਾਂ। ਭਵਿੱਖ ਕਾਲ ਦਾ ਅਰਥ ਹੈ ਆਉਣ ਵਾਲਾ ਸਮਾਂ। ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਤਾਂ ਉਹਨਾਂ ਵਾਕਾਂ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ। ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ, ਤਾਂ ਉਹਨਾਂ ਵਾਕਾਂ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਸਕੂਲ ਜਾਵਾਂਗਾ। ਮੈਂ ਸਕੂਲ ਜਾਵਾਂਗਾ। ਸਕੂਲ ਜਾਣ ਦਾ ਜਿਹੜਾ ਕੰਮ ਹੈ ਇਹ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ, ਤਾਂ ਇਹ ਕੀ ਹੈ? ਭਵਿੱਖ ਕਾਲ ਹੈ। ਭਵਿੱਖ ਕਾਲ ਦੀਆਂ 4 ਕਿਸਮਾਂ ਹਨ। ਪਹਿਲਾ ਹੈ ਸਧਾਰਨ ਜਾਂ ਅਨਿਸ਼ਚਿਤ ਭਵਿੱਖ ਕਾਲ। ਸਧਾਰਨ ਜਾਂ ਅਨਿਸ਼ਚਿਤ ਭਵਿੱਖ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਪਰ ਨਿਸ਼ਚਿਤ ਸਮਾਂ ਨਾ ਦੱਸਿਆ ਜਾਵੇ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਪਰ ਨਿਸ਼ਚਿਤ ਸਮਾਂ ਨਾ ਦੱਸਿਆ ਜਾਵੇ, ਉਹਨੂੰ ਸਧਾਰਨ ਜਾਂ ਅਨਿਸ਼ਚਿਤ ਭਵਿੱਖ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਦਿੱਲੀ ਜਾਵਾਂਗਾ। ਦਿੱਲੀ ਜਾਣ ਦਾ ਕੰਮ ਜਿਹੜਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ, ਪਰ ਇਸ ਵਾਕ ਦੇ ਵਿੱਚ ਨਿਸ਼ਚਿਤ ਸਮਾਂ ਨਹੀਂ ਦੱਸਿਆ ਗਿਆ ਹੈ ਕਿ ਮੈਂ ਦਿੱਲੀ ਕਦੋਂ ਜਾਵਾਂਗਾ, ਤਾਂ ਇਹ ਕੀ ਹੈ? ਸਧਾਰਨ ਜਾਂ ਅਨਿਸ਼ਚਿਤ ਭਵਿੱਖ ਕਾਲ। ਦੂਜਾ ਹੈ ਸੰਭਾਵੀ ਭਵਿੱਖ ਕਾਲ। ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਹੋਣ ਦੀ ਆਸ ਜਾਂ ਸੰਭਾਵਨਾ ਆਉਣ ਵਾਲੇ ਸਮੇਂ ਵਿੱਚ ਹੋਵੇ। ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਹੋਣ ਦੀ ਆਸ ਜਾਂ ਸੰਭਾਵਨਾ ਆਉਣ ਵਾਲੇ ਸਮੇਂ ਵਿੱਚ ਹੋਵੇ, ਉਸ ਨੂੰ ਸੰਭਾਵੀ ਭਵਿੱਖ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਸ਼ਾਇਦ ਅੱਜ ਮੀਂਹ ਆ ਜਾਵੇ, ਤਾਂ ਮੀਂਹ ਆਉਣ ਦੀ ਜਿਹੜੀ ਹੈ ਇਹ ਸੰਭਾਵਨਾ ਆਉਣ ਵਾਲੇ ਸਮੇਂ ਦੇ ਲਈ ਵਰਤੀ ਗਈ ਹੈ ਕਿ ਇਸ ਲਈ ਇਹ ਕੀ ਹੈ? ਸੰਭਾਵੀ ਭਵਿੱਖ ਕਾਲ ਹੈ। ਕਿਰਿਆ ਦੇ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਹੋਣ ਦੀ ਆਸ ਜਾਂ ਸੰਭਾਵਨਾ ਆਉਣ ਵਾਲੇ ਸਮੇਂ ਵਿੱਚ ਹੋਵੇ। ਜਿਵੇਂ ਕਿ ਆਉਣ ਵਾਲੇ ਸਮੇਂ ਵਿੱਚ ਮੀਂਹ ਆ ਜਾਵੇ। ਸ਼ਾਇਦ ਅੱਜ ਮੀਂਹ ਆ ਜਾਵੇ ਜਾਂ ਸ਼ਾਇਦ ਕੱਲ੍ਹ ਮੀਂਹ ਆ ਜਾਵੇ, ਤਾਂ ਇਹ ਕੀ ਹੈ? ਸੰਭਾਵਨਾ ਹੈ। ਇਸ ਤੋਂ ਇਲਾਵਾ ਜਿਵੇਂ ਕਿ ਸ਼ਾਇਦ ਕੱਲ੍ਹ ਮਹਿਮਾਨ ਆ ਜਾਵੇ, ਤਾਂ ਇਹ ਕੀ ਹੈ? ਇੱਕ ਸੰਭਾਵਨਾ ਹੈ। ਅੱਗੇ ਹੈ ਨਿਸ਼ਚਿਤ ਜਾਂ ਪੂਰਨ ਭਵਿੱਖ ਕਾਲ। ਨਿਸ਼ਚਿਤ ਜਾਂ ਪੂਰਨ ਭਵਿੱਖ ਕਾਲ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋ ਚੁੱਕਿਆ ਹੋਵੇਗਾ ਜਾਂ ਹੋ ਰਿਹਾ ਹੋਵੇਗਾ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋ ਚੁੱਕਾ ਹੋਵੇਗਾ ਜਾਂ ਹੋ ਰਿਹਾ ਹੋਵੇਗਾ, ਤਾਂ ਉਹਨੂੰ ਨਿਸ਼ਚਿਤ ਜਾਂ ਪੂਰਨ ਭਵਿੱਖ ਕਾਲ ਕਿਹਾ ਜਾਂਦਾ ਹੈ। ਜਿਵੇਂ ਕਿ ਹੁਣ ਤੱਕ ਰਾਮ ਦਿੱਲੀ ਪਹੁੰਚ ਗਿਆ ਹੋਵੇਗਾ, ਤਾਂ ਇਹ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ ਕਿ ਇਸ ਵਾਕ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਜਾਂ ਤਾਂ
ਰਾਮ ਦਿੱਲੀ ਪਹੁੰਚ ਗਿਆ ਹੋਵੇਗਾ ਜਾਂ ਪਹੁੰਚ ਜਾਵੇਗਾ, ਤਾਂ ਉਹ ਵਾਕ ਕਿਰਿਆ ਦਾ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋ ਚੁੱਕਿਆ ਹੋਵੇਗਾ ਜਾਂ ਹੋ ਰਿਹਾ ਹੋਵੇਗਾ, ਉਹਨੂੰ ਨਿਸ਼ਚਿਤ ਜਾਂ ਪੂਰਨ ਭਵਿੱਖ ਕਾਲ ਕਿਹਾ ਜਾਂਦਾ ਹੈ। ਅੱਗੇ ਹੈ ਸ਼ਰਤੀ ਭਵਿੱਖ ਕਾਲ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਵੇਗਾ ਤਾਂ ਉਹਨੂੰ ਸ਼ਰਤੀ ਭਵਿੱਖ ਕਾਲ ਕਿਹਾ ਜਾਂਦਾ ਹੈ। ਜਿਵੇਂ ਜੇ ਉਹ ਪੜ੍ਹੇਗਾ ਤਾਂ ਪਾਸ ਹੋ ਜਾਵੇਗਾ। ਇਹ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ ਕਿ ਜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹੇਗਾ ਤਾਂ ਉਹ ਪਾਸ ਹੋ ਜਾਵੇਗਾ। ਇਸ ਵਿੱਚ ਸ਼ਰਤ ਰੱਖੀ ਗਈ ਹੈ ਕਿ ਜੇ ਉਹ ਪੜ੍ਹੇਗਾ ਤਾਂ ਹੀ ਉਹ ਆਉਣ ਵਾਲੇ ਸਮੇਂ ਵਿੱਚ ਪਾਸ ਹੋਵੇਗਾ। ਜੇ ਉਹ ਪੜ੍ਹੇਗਾ ਤਾਂ ਪਾਸ ਹੋ ਜਾਵੇਗਾ। ਇਹ ਆਉਣ ਵਾਲੇ ਸਮੇਂ ਦੀ ਗੱਲ ਹੋ ਰਹੀ ਹੈ ਅਤੇ ਇਹਦੇ ਵਿੱਚ ਸ਼ਰਤ ਵੀ ਰੱਖੀ ਗਈ ਹੈ, ਇਸ ਲਈ ਇਹ ਕੀ ਹੈ? ਸ਼ਰਤੀ ਭਵਿੱਖ ਕਾਲ ਹੈ। ਤਾਂ ਇਹ ਸੀ ਸਾਡਾ ਰੀਡ ਪੰਜਾਬੀ ਗ੍ਰਾਮਰ ਦਾ ਅੱਜ ਦਾ ਟੌਪਿਕ ਕਾਲ। ਜੇ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਸਬਸਕ੍ਰਾਈਬ ਕਰੋ। ਧੰਨਵਾਦ।